ਓਕੇ ਗਾਇਸ, ਪਿਛਲੀ ਵੀਡੀਓ 'ਚ ਆਪਾਂ ਜਿਹੜੀਆਂ 3 ਵੀਡੀਓ ਸੀ ਉਹਦੇ ਵਿੱਚ ਆਪਾਂ ਬਰੀਫ ਹਿਸਟਰੀ ਆਫ ਦਾ ਜਿਊਸ, ਲਾਈਫ ਸਕੈਚ ਆਫ ਦਾ ਜੀਸਸ ਕ੍ਰਿਸਟ ਐਂਡ ਹਿਸ ਟੀਚਿੰਗਸ ਵਗੈਰਾ ਉਹਨਾਂ ਬਾਰੇ ਪੜ੍ਹਿਆ ਸੀ। ਠੀਕ ਹੈ, ਸਮਝਿਆ ਸੀ ਸਟੋਰੀ ਵੇ ਦੇ ਨਾਲ। ਇਸ ਵੀਡੀਓ ਵਿੱਚ ਉਸ ਦੀਆਂ ਜਿਹੜੀਆਂ ਕਿਤਾਬਾਂ ਨੇ, ਜਿਊਸ਼ ਧਰਮ ਦੀਆਂ ਕਿਤਾਬਾਂ ਨੇ, ਜਿਵੇਂ ਹਰ ਇੱਕ ਧਰਮ ਦਾ ਆਪਣੇ ਆਪਣੇ ਗ੍ਰੰਥ ਹੁੰਦੇ ਨੇ, ਉਹਨਾਂ ਦੀ ਕਿਤਾਬਾਂ ਬਾਰੇ ਆਪਾਂ ਸਮਝਾਂਗੇ ਕਿ ਉਹ ਕਿਤਾਬਾਂ ਕਿਹੜੀਆਂ ਨੇ ਅਤੇ ਉਹਨਾਂ ਕਿਤਾਬਾਂ ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਇੱਥੇ ਆਪਾਂ ਜਿਹੜੀਆਂ ਕਿ ਮੇਨ ਉਹਨਾਂ ਦੀਆਂ ਜਿਹੜੀਆਂ 2 ਕਿਤਾਬਾਂ ਨੇ ਉਹ ਉਹਨਾਂ ਬਾਰੇ ਵੇਖਾਂਗੇ। ਪਹਿਲੀ ਕਿਤਾਬ ਦਾ ਨਾਮ ਹੈਗਾ ਤੁਰਾਹਾ ਅਤੇ ਦੂਸਰੀ ਕਿਤਾਬ ਦਾ ਨਾਮ ਹੈਗਾ ਕੈਥੋਬੀਨ। ਤੁਰਾਹਾ ਕਿਤਾਬ ਨੂੰ ਆਪਾਂ ਇਸ ਤਰ੍ਹਾਂ ਸਮਝਾਂਗੇ ਕਿ ਤੁਰਾਹਾ ਜਿਹੜੀ ਕਿਤਾਬ ਆ ਉਹ 2 ਟਾਈਪ ਨਾਲ ਵੰਡੀ ਹੋਈ ਆ, ਇੱਕ ਰਿਟਨ, ਇੱਕ ਔਰਲ ਆ। ਠੀਕ ਹੈ, ਅਤੇ ਰਿਟਨ ਵੀ ਜਿਹੜੀ ਹੈਗੀ ਆ ਉਹ ਉਹਦੇ ਵਿੱਚ ਕੁਝ ਪੋਜ਼ੀਟਿਵ ਪੁਆਇੰਟਸ ਨੇ ਕਿ ਹਾਂ ਕਹਿੰਦੀ ਆ ਵੀ ਆਹ ਕੰਮ ਕਰਨਾ ਚਾਹੀਦਾ ਹੈਗਾ ਵਾ, ਸਿੱਖਿਆਵਾਂ ਦੇਣ, ਅਤੇ ਕੁਝ ਕੰਮਾਂ ਦੀ ਮਨਾਹੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਔਰਲ ਵਿੱਚ ਇਹ ਚੀਜ਼ਾਂ ਵਗੈਰਾ ਦਿੱਤੀਆਂ ਜਾਂਦੀਆਂ ਨੇ। ਹੁਣ ਆਪਾਂ ਤੁਰਾਹਾ ਕਿਤਾਬ ਬਾਰੇ ਪੜ੍ਹਦੇ ਹਾਂ। ਇਹ 5 ਕਿਤਾਬਾਂ, ਇਸ ਵਿੱਚ 5 ਕਿਤਾਬਾਂ ਵਿੱਚੋਂ ਮੰਨਿਆ ਜਾਂਦਾ ਹੈਗਾ। ਤੁਰਾਹਾ ਕੀ ਹੈ? ਯਹੂਦੀ ਤੁਰਾਹ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਆ, ਜਿਵੇਂ ਆਪਾਂ ਆਦਿ ਗ੍ਰੰਥ ਸਾਹਿਬ ਨੂੰ ਪਵਿੱਤਰ ਗ੍ਰੰਥ ਮੰਨਦੇ ਹਾਂ। ਇਸ ਤਰ੍ਹਾਂ ਹਿੰਦੂ ਲੋਕ ਆਪਣੇ ਜਿਹੜੇ ਹੈਗੇ ਆ ਭਗਵਦ ਗੀਤਾ ਨੂੰ ਮੰਨਦੇ ਨੇ, ਇਸਲਾਮ ਜਿਹੜੇ ਹੈਗੇ ਕੁਰਾਨ ਨੂੰ ਮੰਨਦੇ ਨੇ। ਇਸੇ ਤਰ੍ਹਾਂ ਜਿਹੜੇ ਯਹੂਦੀ ਨੇ ਉਹ ਤੁਰਾਹ ਨੂੰ ਆਪਣਾ ਪਵਿੱਤਰ ਗ੍ਰੰਥ ਮੰਨਦੇ ਹਨ, ਜਿਸ ਵਿੱਚ ਲਿਖਤੀ ਅਤੇ ਮੌਖਿਕ ਤਰ੍ਹਾਂ ਦੀਆਂ 2 ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ। ਜਿਹੜੇ ਪ੍ਰਗਤੀਵਾਦੀ ਆ, ਜਿਹੜੇ ਸੋਚ ਵਾਲੇ ਨੇ, ਉਹ ਲਿਖਤੀ ਤੁਰਾਹ ਨੂੰ ਹੀ ਅਸਲੀ ਕਿਤਾਬ ਮੰਨਦੇ ਆ। ਪਰੰਤੂ ਤੁਰਾਹ ਯਹੂਦੀਆਂ ਦਾ ਜੀਵਨ ਹੈ, ਜਿਸ ਵਿੱਚ ਉਹ ਓਤ-ਪ੍ਰੋਤ ਕਹੇ ਜਾ ਸਕਦੇ ਹਨ। ਤੁਰਾਹ ਦੇ ਸਿਰਜਣਹਾਰ ਕੌਣ ਸਨ? ਮੂਸਾ ਨੂੰ ਮੇਨ ਮੰਨਦੇ ਸੀ ਨਾ ਵੀ ਜਿਸ ਨੇ ਧਰਮ ਜਿਹੜਾ ਹੈਗਾ, ਜਿਸ ਧਰਮ ਦਾ ਜਿਹੜਾ ਹੈਗਾ ਪ੍ਰਚਾਰ ਕੀਤਾ ਹੈਗਾ ਵਾ, ਈਸਾਈ ਧਰਮ ਦਾ ਪ੍ਰਚਾਰ ਕੀਤਾ ਹੈਗਾ ਵਾ। ਅਤੇ ਤੁਰਾਹ ਦੇ ਸਿਰਜਣਹਾਰ ਜਿਹੜੇ ਹੈਗੇ ਮੂਸਾ ਸਨ, ਅਤੇ ਮੂਸਾ ਦਾ ਸਮਾਂ ਲਗਭਗ ਜਿਹੜਾ ਹੈਗਾ 16ਵੀਂ ਸਦੀ ਮੰਨੀ ਜਾਂਦੀ ਹੈਗੀ ਆ। ਤੁਰਾਹ ਹਿਬਰਾਹੋ ਭਾਸ਼ਾ ਦਾ ਲਫ਼ਜ਼ ਹੈ। ਤੁਰਾਹ ਨੂੰ ਮਤਲਬ ਵੀ ਕਿਉਂ ਸ਼ਬਦ ਬੋਲਿਆ ਜਾਂਦਾ? ਕਿਉਂਕਿ ਕਿਸ ਭਾਸ਼ਾ ਤੋਂ ਆਇਆ? ਹਿਬਰਾਹੋ ਭਾਸ਼ਾ ਦਾ, ਅਤੇ ਇਸ ਦਾ ਅਰਥ ਹੁੰਦਾ ਹੈ ਨਿਯਮ। ਪਰ ਇਸ ਦੇ ਮੁੱਖ ਅਰਥ ਹਨ ਸਿੱਖਿਆਵਾਂ, ਭਾਵ ਕਿ ਮਤਲਬ ਵੀ ਉਹ ਲੋਕਾਂ ਨੂੰ ਕੀ ਕੀ ਸਿੱਖਿਆਵਾਂ ਦਿੰਦੇ ਹਨ ਕਿ ਕਿਸ ਤਰ੍ਹਾਂ ਆਪਣਾ ਜੀਵਨ ਜਿਹੜਾ ਹੈਗਾ ਬਤੀਤ ਕਰਨਾ ਚਾਹੀਦਾ ਹੈ। ਇਸ ਅੰਦਰ ਉਪਦੇਸ਼ ਅਤੇ ਰੂਹਾਨੀ ਸਿੱਖਿਆਵਾਂ ਸ਼ਾਮਲ ਹਨ। ਤੁਰਾਹ ਦੇ ਸਿਰਜਣਹਾਰੇ ਪ੍ਰਤੀ ਉਸ ਸਮੇਂ ਸ਼ੰਕਾ ਪੈਦਾ ਹੋ ਜਾਂਦੀ ਹੈ, ਜਿਸ ਸਮੇਂ ਇਸ ਦੇ ਸੰਬੰਧ ਵਿੱਚ ਦੋਹਰਾ ਨੇਮਾਂ ਦੇ ਨਾਂ ਦੀ ਪੋਥੀ ਅੰਦਰ ਮੂਸਾ ਦੀ ਮੌਤ ਪ੍ਰਤੀ ਬਿਆਨ ਕੀਤਾ ਹੋਇਆ ਹੈ, ਜੋ ਇਹ ਸ਼ੰਕਾ ਪੈਦਾ ਕਰਦਾ ਹੈ, ਸ਼ੱਕ ਪੈਦਾ ਕਰਦਾ ਹੈ ਕਿ ਇਹ ਮੂਸਾ ਦੀ ਹੱਥ ਲਿਖਤ ਨਹੀਂ ਹੈ। ਵੀ ਕਈ ਕਹਿੰਦੇ ਆ ਕਿ ਜਿਹੜੀ ਤੁਰਾਹ ਕਿਤਾਬ ਆ ਨਾ ਉਹ ਮੂਸਾ ਦੀ ਹੱਥ ਲਿਖਤ ਹੈਗੀ ਆ, ਪਰ ਜਦੋਂ ਕਹਿੰਦੇ ਕਿ ਮੌਤ ਤੋਂ ਬਾਅਦ ਕਿਤਾਬ ਲਿਖੀ ਤਾਂ ਫਿਰ ਇਹ ਉਸ ਦੀ ਹੱਥ ਲਿਖਤ ਕਿਵੇਂ ਹੋਈ? ਇਸ ਤਰ੍ਹਾਂ ਕੋਈ ਨਾ ਕੋਈ ਡਾਊਟ ਕ੍ਰੀਏਟ ਹੋ ਜਾਂਦਾ ਹੈ। ਇਸ ਵਿੱਚ ਬਾਈਬਲ ਦੀਆਂ 5 ਕਿਤਾਬਾਂ ਸ਼ਾਮਲ ਹਨ। ਕਿੰਨੀਆਂ ਕਿਤਾਬਾਂ? 5 ਕਿਤਾਬਾਂ ਸ਼ਾਮਲ ਹਨ। ਇਸ ਅੰਦਰਲੀਆਂ 5 ਕਿਤਾਬਾਂ ਦਾ ਜ਼ਿਕਰ ਇਸ ਤਰ੍ਹਾਂ ਹੈ। ਇਸ ਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਡਾਇਗ੍ਰਾਮ ਰਾਹੀਂ। ਜੀਨੀਅਸ, ਐਕਸੋਡਸ, ਲੈਵਿਟੀਕਸ, ਨੰਬਰਸ, ਡਿਊਟਰੋਨੋਮੀਸ। ਜੀਨੀਅਸ, ਜਿਸ ਵਿੱਚ ਕ੍ਰੀਏਟਸ ਐਂਡ ਰੂਲਸ ਆਫ ਦਾ ਕਾਸਮਸ ਬਾਰੇ ਗੱਲ ਕੀਤੀ ਗਈ ਹੈ। ਐਕਸੋਡਸ, ਜਿੱਥੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਸ਼ੁਰੂਆਤ ਹੋਈ ਸੀ ਈਸਾਈ ਧਰਮ ਦੀ, ਜਾਂ ਇਸ ਮਿਸਰ ਦੀ ਸ਼ੁਰੂਆਤ ਹੋਈ ਸੀ। ਗੋਡ ਸੇਵਸ ਦਾ ਇਜ਼ਰਾਈਲ ਫਰੋਮ ਦਾ ਇਜਿਪਟ ਸਾ ਗੋਡ ਗਿਵਸ ਦਾ ਲਾ। ਲੈਵਿਟੀਕਸ ਰੂਲਸ ਐਂਡ ਰਿਚੁਅਲਸ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਕਿਹੜੇ ਕਿਹੜੇ ਜਿਹੜੇ ਈਸਾਈ ਧਰਮ ਨੂੰ ਮੰਨਦੇ ਆ ਉਹਨਾਂ ਨੂੰ ਕਿਹੜੇ ਰੂਲ ਰੈਗੂਲੇਸ਼ਨ ਜਿਹੜੇ ਕਿ ਫੋਲੋ ਕਰਨੇ ਚਾਹੀਦੇ ਆ। ਨੰਬਰਸ, ਗੋਡ ਪ੍ਰਜ਼ਰਵਸ ਐਂਡ ਡਿਸਿਪਲਿਨਸ ਅੰਟਿਲ ਅ ਨਿਊ ਜਨਰੇਸ਼ਨ ਅਰਾਈਜ਼। ਨੰਬਰਸ ਦੱਸੇ ਹੋਏ ਨੇ। ਡਿਊਟਰੋਨੋਮੀਸ, ਮੋਸਸ ਗਿਵ ਦਾ ਇਜ਼ਰਾਈਲਸ ਏ ਚੋਇਸ, ਬਲੈਸਿੰਗ ਐਂਡ ਕਰਸਸ। ਇਹਨਾਂ ਤੁਸੀਂ ਇੰਗਲਿਸ਼ ਵਿੱਚ ਵੀ ਯਾਦ ਕਰ ਸਕਦੇ ਜੇ ਸੌਖੇ ਲੱਗਦੇ ਆ, ਅਤੇ ਪੰਜਾਬੀ ਵਿੱਚ ਵੀ ਯਾਦ ਕਰ ਸਕਦੇ ਹੈਗੇ ਹੋ। ਹਾਂਜੀ, ਫਸਟ ਬੁੱਕ ਹੈਗੀ ਆ ਉਤਪੁੱਤ, ਜਿਹਨੂੰ ਆਪਾਂ ਜੀਨੇਸਿਸ ਬੋਲਦੇ ਹਾਂ। ਉਤਪੁੱਤ ਇਹ ਬਾਈਬਲ ਦੇ ਪੁਰਾਣੇ ਨੇਮ ਦੀ ਪੋਥੀ ਹੈ। ਇਸ ਦੇ ਕੁੱਲ 50 ਚੈਪਟਰ ਵਾ। 532 ਜਿਹੜੇ ਹੈਗੇ ਆ ਇਹਦੀ ਜਿਹੜੀਆਂ ਆਇਤਾਂ ਵਾ, ਜਿਹਨੂੰ ਆਪਾਂ ਲਾਈਨਾਂ ਕਹਿ ਲਓ, ਕੋਟੇਸ਼ਨਸ ਵਗੈਰਾ ਕਹਿ ਲਓ, ਉਹ ਆ। ਇਸ ਤੋਂ ਯਹੂਦੀਆਂ ਦੇ ਵੱਡੇ ਵਡੇਰਿਆਂ ਜਿਵੇਂ ਇਸਹਾਕ ਹੋ ਗਿਆ, ਯਾਕੂਬ ਹੋ ਗਿਆ, ਉਹਦੀ ਲਾਈਫ ਸਕੈਚ ਬਾਰੇ ਪਤਾ ਲੱਗਦਾ ਹੈਗਾ। ਦੂਸਰੀ ਕਿਤਾਬ ਹੈਗੀ ਆ ਕੋਚ, ਜਿਸ ਨੂੰ ਐਕਸੋਡਸ ਬੋਲਿਆ ਜਾਂਦਾ ਹੈਗਾ। ਇਸ ਕਿਤਾਬ ਵਿੱਚ ਇਜ਼ਰਾਈਲ ਜਾਤੀ ਦੇ
ਮਿਸਰ ਦੇ ਲੋਕਾਂ ਤੋਂ ਮੁਕਤ ਹੋਣ ਦੀ ਗੱਲ ਕੀਤੀ ਗਈ ਆ। ਇਜ਼ਰਾਈਲ ਜਾਤੀ ਕਿਵੇਂ ਮਿਸਰ ਤੋਂ ਲੋਕਾਂ ਤੋਂ ਮੁਕਤ ਹੋ ਜਾਣਗੇ, ਕਿਉਂਕਿ ਗੁਲਾਮ ਸੀ ਨਾ ਪਹਿਲਾਂ ਉਹ, ਤੋਂ ਮਿਸਰ ਦੇ ਲੋਕਾਂ ਤੋਂ ਕਿਵੇਂ ਮੁਕਤ ਹੋ ਜਾਣਗੇ, ਉਸ ਦੇ ਇੰਸੀਡੈਂਟ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਬਗੈਰ ਇਸ ਵਿੱਚ ਮੂਸਾ ਦੀ ਲਾਈਫ ਸਕੈਚ ਬਾਰੇ ਜੀਵਨੀ ਈਸ਼ਵਰ ਨਾਲ ਅਹਿਦ ਅਤੇ ਉਸ ਆਦੇਸ਼ਾਂ ਦਾ ਵਰਣਨ ਹੈ ਕਿ ਕਿਸ ਤਰ੍ਹਾਂ ਉਹ ਮੂਸਾ ਦੀ ਪਰਮਾਤਮਾ ਨਾਲ ਵਾਰਤਾਲਾਪ ਹੋਈ ਸੀ, ਕੀ ਗੱਲਾਂ ਹੋਈਆਂ, ਉਹਨਾਂ ਬਾਰੇ ਗੱਲ ਕੀਤੀ ਹੈਗੀ ਆ। ਥਰਡ ਹੈਗੀ ਲੇਵੀਆ ਜਿਹੜੀ ਹੈਗੀ ਆ, ਲੇਵੀਆ ਦਾ ਮਤਲਬ ਹੁੰਦਾ ਵੈਸੇ ਕਾਨੂੰਨ, ਰੂਲ ਰੈਗੂਲੇਸ਼ਨਸ, ਠੀਕ ਹੈ। ਇਸ ਕਿਤਾਬ ਵਿੱਚ ਯਹੂਦੀਆਂ ਦੇ ਧਾਰਮਿਕ ਅਤੇ ਸਮਾਜਿਕ ਰੀਤੀ ਰਿਵਾਜਾਂ ਬਾਰੇ ਗੱਲ ਕੀਤੀ ਗਈ ਆ। ਜਿਵੇਂ ਇੱਕ ਐਗਜ਼ਾਮਪਲ ਆ ਕਿ ਤੁਸੀਂ ਜਿਹੜੀ ਹੈਗੀ ਆ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਨਾਲ ਰਿਲੇਸ਼ਨ ਨਹੀਂ ਬਣਾਉਣੇ ਹੈਗੇ। ਈਵਨ ਕਿ ਤੁਸੀਂ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਵਿੱਚ ਵੀ ਕਿਸੇ ਲੜਕੀ ਦੇ ਨਾਲ ਮੈਰਿਜ ਨਹੀਂ ਕਰਵਾ ਸਕਦੇ ਹੈਗੇ। ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ ਉਸੇ ਤਰ੍ਹਾਂ ਹੀ ਗੁਆਂਢੀਆਂ ਨਾਲ ਪਿਆਰ ਕਰੋ। ਇਸ ਤਰ੍ਹਾਂ ਰਸਮ ਰਿਵਾਜਾਂ ਬਾਰੇ ਗੱਲਾਂ ਕੀਤੀਆਂ ਗਈਆਂ ਹੈਗੀਆਂ। ਫੋਰਥ ਹੈਗੀ ਗਿਣਤੀ, ਜਿਸ ਨੂੰ ਆਪਾਂ ਨੰਬਰਸ ਬੋਲਦੇ ਹੈਗੇ ਆ। ਇਸ ਪੋਥੀ ਵਿੱਚ ਇਜ਼ਰਾਈਲ ਕੌਮ ਦੀ ਜਨਗਣਨਾ ਕਿ ਕਿੰਨੀ ਗਿਣਤੀ ਸੀ ਇਜ਼ਰਾਈਲ ਲੋਕਾਂ ਦੀ, ਉਹਨਾਂ ਦੀ ਗਿਣਤੀ ਅਤੇ ਜੰਗਲ ਵਿੱਚ ਬਿਤਾਏ 40 ਸਾਲਾਂ ਦੇ ਸਫ਼ਰ ਦਾ ਵਰਣਨ ਕੀਤਾ ਗਿਆ। ਇਸੇ ਕਰਕੇ ਇਸ ਨੂੰ ਨੰਬਰਸ ਨਾਮ ਦਿੱਤਾ ਗਿਆ ਹੈਗਾ, ਕਿਉਂਕਿ ਗਿਣਤੀ ਦੱਸੀ ਹੋਈ ਹੈ। ਐਂਡ ਫਿਫਥ ਹੈਗਾ ਵਿਵਸਥਾ ਦਾ ਸਾਰ, ਜਾਣੀ ਕਿ ਡਿਟਰੋਨੋਮਿਸ ਬੋਲਿਆ ਜਾਂਦਾ ਜਿਸ ਨੂੰ। ਇਹ ਇੱਕ ਐਸੀ ਕਿਤਾਬ ਆ ਜਿਸ ਵਿੱਚ ਈਸ਼ਵਰ ਰਾਹੀਂ ਦਿੱਤੇ ਗਏ ਨੇਮ, ਜੋ ਨਿਯਮ ਆ, ਕਾਨੂੰਨ ਆ, ਅਹਿਦਾਂ ਦਾ ਵਿਸਤਾਰ, ਇਹਨਾਂ ਬਾਰੇ ਵਰਣਨ ਕੀਤਾ ਗਿਆ ਹੈਗਾ ਵਾ। ਲਾਸਟ, ਇਸ ਗ੍ਰੰਥ ਦੇ ਰੂਪ ਵਿੱਚ 13 ਦੀਆਂ ਪੁਸਤਕਾਂ ਦਾ ਸੰਕਲਨ ਤਕਰੀਬਨ 400 ਈਸਵੀ ਵਿੱਚ ਸੰਪੂਰਨ ਹੋਇਆ ਸੀ ਅਤੇ ਬਾਅਦ ਵਿੱਚ ਇਹਨਾਂ ਨੂੰ ਪ੍ਰਮਾਣ ਗ੍ਰੰਥ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਗਿਆ। ਵਿਦਵਾਨਾਂ ਦਾ ਕਹਿਣਾ ਕਿ ਪਾਦਰੀ ਐਜ਼ਰਾ ਨੇ 444 ਈਸਵੀ ਪੂਰਵ ਵਿੱਚ ਇੱਕ ਸਮਾਗਮ ਕਰਕੇ ਇਸ ਦੀ ਪ੍ਰਵਾਨਗੀ ਲਈ ਅਤੇ ਕਾਫੀ ਸਾਰੇ ਵਿਦਵਾਨਾਂ ਦਾ ਕਹਿਣਾ ਹੈ ਕਿ ਤੁਰਾਹ ਵਿਚਲੀ ਜਾਣਕਾਰੀ ਈਸ਼ਵਰ ਦੇ ਯਹੂਦੀਆਂ ਨੂੰ ਦਿੱਤੇ ਉਹਨਾਂ ਦੇ ਉਪਦੇਸ਼ਾਂ ਦੇ ਸੰਗ੍ਰਹਿ ਹੈ ਜੋ ਉਸ ਨੂੰ ਮੂਸਾ ਦੁਆਰਾ ਦਿੱਤੇ ਸਨ। ਇਸ ਕਾਰਨ ਹੀ ਤੁਰਾਹ ਅਤੇ ਇਜ਼ਰਾਈਲ ਨੂੰ ਇੱਕ ਮੰਨਿਆ ਜਾਂਦਾ ਹੈ। ਇਹ ਤੋਂ ਗਈ ਪਹਿਲੀ ਕਿਤਾਬ, ਜਿਹੜੀ ਤੁਰਾਹ ਕਿਤਾਬ ਅਤੇ ਉਹਦੇ ਜਿਹੜੇ ਅੱਗੇ 5 ਅੱਗੋਂ ਪਾਰਟ ਸੀ, ਠੀਕ ਆ, ਜੀਨਸ, ਐਗਜ਼ੋਡਸ, ਲੈਵਿਟਕਸ, ਨੰਬਰਸ, ਡਿਟਰੋਨੋਮਿਸ। ਦੂਸਰੀ ਜਿਹੜੀ ਮੇਨ ਕਿਤਾਬ ਹੈਗੀ ਆ ਕੈਥੋਬੀਮ ਕੀ ਆ ਕਿ ਯਹੂਦੀਆਂ ਦਾ ਕੈਥੋਬੀਮ ਵੀ ਇੱਕ ਧਾਰਮਿਕ ਗ੍ਰੰਥ ਹੈਗਾ ਵਾ। ਪ੍ਰਾਚੀਨ ਅਹਿਦੋਨਾਮਾ ਦੇ ਗ੍ਰੰਥ ਦੇ ਤੀਜੇ ਵਰਗ ਨੂੰ ਲਿਖਤ ਆਖਿਆ ਗਿਆ ਹੈ। ਇਹਦੇ ਵਿੱਚ ਆਮ ਤੌਰ 'ਤੇ ਜਿਹੜੀਆਂ ਪੋਇਮਸ ਆ, ਜੋ ਵੀ ਕਿਤਾਬ ਲਿਖੀ ਗਈ ਹੈ ਨਾ, ਇਹ ਪੋਇਮਸ ਦੇ ਟਾਈਪ ਦੇ ਵਿੱਚ ਸਟੋਰੀ ਟੈਲਰ ਹੋ ਗਿਆ ਕਹਿ ਲਓ, ਠੀਕ ਹੈ, ਫਿਰ ਜਿਵੇਂ ਸੌਂਗ ਹੋ ਗਏ, ਕੋਈ ਘਟਨਾ ਹੋ ਗਈ, ਇਹਨਾਂ ਬਾਰੇ ਗੱਲਾਂ ਕੀਤੀਆਂ ਗਈਆਂ ਹੈਗੀਆਂ ਕਿ ਇੱਕ ਪੈਟਰਨ ਨਹੀਂ ਆ, ਬਹੁਤ ਸਾਰੇ ਇਹਦੇ ਵਿੱਚ ਪੈਟਰਨ ਹੈਗੇ ਆ। ਕੁਝ ਪੋਇਮਸ ਨੇ, ਕੁਝ ਸਟੋਰੀਜ਼ ਨੇ, ਕੁਝ ਜਿਹੜੀਆਂ ਹੈਗੀਆਂ ਸੌਂਗਸ ਨੇ, ਕੁਝ ਜਿਹੜੀਆਂ ਘਟਨਾਵਾਂ ਬਾਰੇ ਗੱਲਾਂ ਕੀਤੀਆਂ ਗਈਆਂ ਹੋਈਆਂ ਵਾ। ਧਾਰਮਿਕ ਮੰਤਵ ਲਈ ਇਸ ਵਰਗ ਦੀ ਪ੍ਰਮਾਣਤਾ ਨਿਯਮ ਅਤੇ ਪੈਗੰਬਰ ਵਰਗ ਤੋਂ ਦੂਜੇ ਦੀ ਹੈ। ਇਸ ਵਿੱਚ ਧਾਰਮਿਕ ਭਜਨ, ਜੋਬ ਕਹਿ ਲਓ, ਕਹਾਵਤਾਂ, ਪੋਥੀਆਂ, ਵਰਨਯੋਗ ਬਾਰੇ ਵਰਣਨ ਕੀਤਾ ਗਿਆ ਹੈ। ਘੱਟੋ ਘੱਟ ਜਿਹੜੀਆਂ 10-11 ਕਿਤਾਬਾਂ ਇਹਨਾਂ ਦਾ ਵਰਣਨ ਕੀਤਾ ਗਿਆ ਇਹਦੇ ਵਿੱਚ। ਪੁਰਾਣੇ ਨੇਮ ਵਿੱਚ ਇਹ 13 ਪੁਸਤਕਾਂ ਦੇ ਰੂਪ ਵਿੱਚ ਅੰਦਰ ਮਿਲਦੀ ਹੈ ਅਤੇ ਇਹਨਾਂ ਕਿਤਾਬਾਂ ਨੂੰ ਲਗਾਤਾਰ 100ਵੀਂ ਈਸਵੀ ਪੂਰਵ ਵਿੱਚ ਧਾਰਮਿਕ ਮਾਨਤਾ ਹਾਸਲ ਹੋ ਗਈ ਸੀ। ਕੈਥੋਬੀਮ ਦੀ ਪਹਿਲੀ ਕਿਤਾਬ ਭਜਨਾਵਲੀ ਵਿੱਚ ਸ਼ਾਮਲ ਹਨ, ਪਰ ਵਿੱਚ ਕੀ ਗੱਲਾਂ ਲਿਖੀਆਂ ਗਈਆਂ, ਜਿਹੜੀਆਂ 10-11 ਕਿਤਾਬਾਂ ਨੇ। ਪਹਿਲੀ ਕਿਤਾਬ ਜਿਹੜੀ ਭਜਨਾਵਲੀ, ਉਹਦੇ ਵਿੱਚ ਕੀ ਲਿਖਿਆ ਗਿਆ ਹੈ? ਇਹਨਾਂ ਗੀਤਾਂ ਵਿੱਚ ਪਰਮੇਸ਼ਰਾਂ ਬਾਰੇ ਵੱਖ-ਵੱਖ ਭਾਵ ਦਰਸਾਏ ਗਏ ਹਨ। ਇਹ ਗੀਤ ਜ਼ਿਆਦਾ ਕਰਕੇ ਜਬੂਰ ਦਾਊਦ ਦੇ ਲਿਖੇ ਹੋਏ ਆ। ਕਿਹਦੇ ਲਿਖੇ ਹੋਏ? ਜਬੂਰ ਦਾਊਦ ਦੇ। ਇਸੇ ਤਰ੍ਹਾਂ ਅਯੂਬ ਨਾਂ ਦੀ ਕਿਤਾਬ ਵਿੱਚ ਨਾਟਕ ਕਥਾ ਹੈ, ਨਾਟਕ ਰੂਪ ਵਿੱਚ ਕਥਾ ਲਿਖੀ ਗਈ ਆ, ਕਹਾਣੀ ਲਿਖੀ ਗਈ ਆ, ਜਿਹਨੂੰ ਆਪਾਂ ਨਾਟਕ ਕਹਿ ਦਿੰਦੇ ਹਾਂ, ਜਿਸ ਦੁਆਰਾ ਅਯੂਬ ਨੂੰ ਪਰਮੇਸ਼ਰ ਦੇ ਸੱਚੇ ਭਗਤ ਅਤੇ ਇੱਕ ਆਦਰਸ਼ ਮਨੁੱਖ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਇਸ ਤੋਂ ਬਗੈਰ ਇਸ ਕਿਤਾਬ ਵਿੱਚ ਦੁੱਖ ਪ੍ਰਤੀ ਦਾਰਸ਼ਨਿਕ ਵਿਚਾਰ ਵੀ ਮਿਲਦੇ ਹਨ ਕਿ ਦੁੱਖ ਸੁਭਾਵ ਕੀ ਹੈ, ਆਉਣਾ ਹੈ, ਅਤੇ ਦੁੱਖ ਜਦੋਂ ਮਿਲਦਾ ਹੈ ਉਦੋਂ ਹੀ ਪਰਮਾਤਮਾ ਸਾਨੂੰ ਮਿਲਦਾ ਹੈ। ਅਸਤਰ ਨਾਂ ਦੀ ਕਿਤਾਬ ਵਿੱਚ ਇੱਕ ਯਹੂਦੀ ਔਰਤ ਦੀ ਕਥਾ ਦੱਸੀ ਗਈ ਆ, ਜਿਹੜੀ ਕਦੇ ਰਾਜੇ ਦੀ ਪਟਰਾਣੀ ਸੀ ਅਤੇ ਉਹ ਆਪਣੀ ਅਕਲ ਨਾਲ ਯਹੂਦੀ ਜਾਤੀ ਦੇ ਲੋਕਾਂ ਨੂੰ ਬਚਾਉਂਦੀ ਹੈਗੀ ਆ। ਯਾਨੀ ਕਿ ਕੁਝ ਕਹਾਣੀਆਂ ਵੀ ਵਰਣਨ ਹੈ। ਇਸ ਵਿੱਚ ਈਸ਼ਵਰ, ਜੀਵ, ਮਨੁੱਖੀ ਸ੍ਰਿਸ਼ਟੀ ਦੇ ਜਗਤ ਆਦਿ ਵਿਸ਼ਿਆਂ ਬਾਰੇ ਵੀ ਗੱਲਾਂ ਕੀਤੀਆਂ ਗਈਆਂ ਹਨ। ਇਸ ਕਿਤਾਬ ਵਿੱਚ ਇੱਕ ਉਦਾਹਰਨ ਇਹ ਮਿਲਦੀ ਹੈ ਕਿ ਕੰਮ ਦੇ ਉੱਚ ਸਮਾਂ ਬਾਰੇ ਦੱਸਿਆ ਗਿਆ। ਹਰ ਇੱਕ ਗੱਲ ਦਾ ਸਮਾਂ ਹੁੰਦਾ ਹੈ, ਹਰ ਕੰਮ ਦਾ ਜੋ ਆਕਾਸ਼ ਤਹਿਤ ਹੁੰਦਾ ਹੈ ਇੱਕ ਸਮਾਂ ਹੈ। ਯਾਨੀ ਕਿ ਸਮੇਂ ਦੀ ਇੰਪੋਰਟੈਂਸ ਇਹ ਹੈ ਕਿ ਹਰ ਕੰਮ ਪਰਮਾਤਮਾ ਵੱਲੋਂ ਪਹਿਲਾਂ ਹੀ ਨਿਯਮਤ ਹੁੰਦਾ ਕਿ ਉਹ ਕੰਮ ਕਦੋਂ ਹੋਣਾ ਹੈ, ਕਿਸ ਵੇਲੇ ਹੋਣਾ ਹੈ, ਠੀਕ ਹੈ। ਹਰੇਕ ਦਾ ਜਨਮ ਦਾ, ਮਰਨ ਦਾ, ਕੰਮ ਦਾ, ਹਰੇਕ ਦਾ ਜਿਹੜਾ ਪਰਮਾਤਮਾ ਵੱਲੋਂ ਪਹਿਲਾਂ ਹੀ
ਤੈਅ ਕੀਤਾ ਗਿਆ ਹੁੰਦਾ ਹੈ। ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਸਰਵੋਤਮ ਗੀਤ ਇੱਕ ਪ੍ਰੇਮ ਜਿਹੜੀ ਹੈਗੀ ਆ ਪ੍ਰੇਮ ਗੀਤ ਵੀ ਮਿਲਦੇ ਹੈਗੇ ਆ। ਇਹਦੇ ਵਿੱਚ ਪ੍ਰੇਮੀ ਤੇ ਪ੍ਰੀਤਮ ਦੇ ਪ੍ਰੇਮ ਦਾ ਜ਼ਿਕਰ ਕੀਤਾ ਗਿਆ, ਤਾਂ ਉਹਨੂੰ ਦੋਨੋਂ ਟਾਈਪ 'ਚ ਵਰਣਨ ਕੀਤਾ ਗਿਆ ਹੈ, ਸਪਿਰਿਚੁਅਲ ਤੌਰ 'ਤੇ ਵੀ ਅਤੇ ਭੌਤਿਕ ਤੌਰ 'ਤੇ ਵੀ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਦੋਸਤਾਂ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਇਸ ਤਰ੍ਹਾਂ ਅਜ਼ਰਨਾਹਾ ਸ਼ਾਹ ਨਾਂ ਦੀ ਕਿਤਾਬ ਵਿੱਚ ਉਸਨੇ ਨਬੀਆਂ ਦੀ ਰਹਿਨਮਾਈ ਦਾ ਵੇਰਵਾ ਦਿੱਤਾ ਗਿਆ ਹੈ, ਜੋ ਉਹਨਾਂ ਨੇ ਯਹੂਦੀ ਲੋਕਾਂ ਨੂੰ ਦੇ ਬਾਬਲ ਤੋਂ ਵਾਪਸ ਆਉਣ ਵਿੱਚ ਦਿੱਤੀ। ਇਤਿਹਾਸ ਦੀਆਂ ਦੋਵੇਂ ਕਿਤਾਬਾਂ ਯਹੂਦੀਆਂ ਨਾਲ ਸੰਬੰਧਿਤ ਲਿਖੀਆਂ ਮਿਲਦੀਆਂ, ਯਾਨੀ ਕਿ ਦੋ ਟਾਈਪ ਦੀਆਂ ਕਿਤਾਬਾਂ ਨੇ, ਇੱਕ ਤਿਉਹਾਰ ਹੈ, ਇੱਕ ਕੈਥੋਨੀਅਮ ਆ, ਅਤੇ ਉਹਨਾਂ ਵਿੱਚ ਵੱਖਰੀਆਂ ਵੱਖਰੀਆਂ ਗੱਲਾਂ ਦਾ ਵਰਣਨ ਕੀਤਾ ਗਿਆ ਹੈ। ਆਈ ਹੋਪ ਤੁਹਾਨੂੰ ਇਹ ਚੀਜ਼ ਸਾਰੀ ਸਮਝ ਲੱਗ ਗਈ ਹੋਗੀ, ਯਾਨੀ ਕਿ ਆਪਣਾ ਪੂਰਾ ਯਹੂਦੀ ਧਰਮ ਨਾਲ ਸਿਲੇਬਸ ਕਵਰ ਹੋ ਚੁੱਕਾ ਹੈ ਕਿ ਯਹੂਦੀ ਧਰਮ ਦਾ ਪ੍ਰਸਾਰ ਕਿਵੇਂ ਹੋਇਆ, ਜਿਸਸ ਦਾ ਲਾਈਫ ਸਕੈਚ ਕੀ ਸੀ, ਉਹਦੀਆਂ ਟੀਚਿੰਗਸ ਕੀ ਸੀ, ਅਤੇ ਉਹਨਾਂ ਦੀਆਂ ਕਿਤਾਬਾਂ ਕਿਹੜੀਆਂ ਨੇ।